ਧੰਨ ਵਾਹਿਗੁਰੂ ਜੀਓ। ਆਸਾ ਬੋਲੇ ਸ਼ੇਖ ਫਰੀਦ, ਪਿਆਰੇ ਅੱਲਾਹ ਲੱਗੇ। ਇਹ ਤਨ ਹੋਸੀ ਖਾਕ, ਨਿਮਾਣੀ ਗੋਰ ਘਰੇ। ਆਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੂੰਜੜੀਆਂ ਮਨਹੁ ਮਚਿੰਦੜੀਆਂ। ਰਹਾਉ ਜੇ ਜਾਣਾ ਮਰ ਜਾਈਐ, ਘੁੰਮ ਨਾ ਆਈਐ। ਝੂਠੀ ਦੁਨੀਆ ਲੱਗ, ਨਾ ਆਪ ਵੰਝਾਈਐ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਜੋ ਗੁਰ ਦੱਸੈ ਵਾਟ, ਮੁਰੀਦਾਂ ਜੋਲੀਐ। ਛੈਲ ਲੰਘਨ ਦੇ ਪਾਰ, ਗੋਰੀ ਮਨ ਧੀਰਿਆ। ਕੰਚਨ ਵੰਨੇ ਪਾਸੇ, ਕਲਵਤ ਚੀਰਿਆ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ। ਜਿਸ ਆਸਣ ਹਮ ਬੈਠੇ, ਕੀਤੇ ਬੈਸ ਗਿਆ। ਕਤਿਕ ਕੂੰਜਾਂ ਚੇਤ ਡੋ, ਸਾਵਣ ਬਿਜਲੀਆਂ। ਸਿਆਲੇ ਸੋਹੰਦੀਆਂ, ਫਿਰ ਗਲ ਬਾਹੜੀਆਂ। ਚੱਲੇ ਚੱਲਣ ਹਾਰ, ਵਿਚਾਰਾ ਲੈ ਮਨੋ। ਗੰਢੇਂਦਿਆਂ ਛੇਮਾ, ਤੁੜੰਦਿਆਂ ਹਿਕ ਖਿਨੋ। ਜਿਮੀ ਪੁੱਛੈ ਅਸਮਾਨ, ਫਰੀਦਾ ਖੇਵਟ ਕਿਨ ਗਏ। ਜਾਲਣ ਗੋਰਾਂ ਨਾਲ, ਉਲਾਮੇ ਜੀ ਸਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ। ਸਤਿਗੁਰਾਂ ਦੇ ਪਾਵਨ ਹਜ਼ੂਰ ਸੱਜ ਕੇ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਗੁਰੂ ਸਵਾਰਿਆਂ ਪਾਸੋਂ ਪ੍ਰਾਪਤ ਕੀਤਾ ਹੈ। ਸ਼ੇਖ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 488 ਉੱਪਰ ਜੋ ਸੁਭਾਇਮਾਨ ਹੈ, ਆਪ ਜੀ ਨੇ ਪਾਠ ਦੇ ਰੂਪ ਵਿੱਚ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ। ਆਸਾ ਰਾਗ ਦੇ ਵਿੱਚ ਦੋ ਸ਼ਬਦ ਇਕੱਠੇ ਹੀ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਦਰਜ ਹਨ। ਇਹ ਦੂਸਰਾ ਸ਼ਬਦ ਹੈ ਜਿਸ ਨੂੰ ਆਪ ਜੀ ਨੇ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਸਾਂਝਾ ਸਿਰਲੇਖ ਜੋ ਦੋਹਾਂ ਸ਼ਬਦਾਂ ਦਾ ਹੈ ਉਹ ਹੈ ਆਸਾ ਸ਼ੇਖ ਫਰੀਦ ਜੀਓ ਕੀ ਬਾਣੀ। ਪਹਿਲੇ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ। ਇਹ ਦੂਸਰਾ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ ਔਰ ਇਹਦੇ ਨਾਲ ਆਰੰਭ ਵਿੱਚ ਦਰਜ ਹੈ ਆਸਾ। ਆਸਾ ਰਾਗ ਵਿੱਚ ਬਾਬਾ ਫਰੀਦ ਸਾਹਿਬ ਜੀ ਦਾ ਇਹ ਸ਼ਬਦ ਰਹਾਉ ਵਾਲੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ। ਆਜ ਮਿਲਾਵਾ ਸ਼ੇਖ ਫਰੀਦ। ਆਜ ਦਾ ਮਤਲਬ ਹੈ ਹੁਣੇ ਹੀ, ਤੁਰੰਤ ਹੀ, ਤਤਕਾਲ। ਭਾਵ ਪਰਮੇਸ਼ਰ ਦੇ ਮਿਲਾਪ ਵਿੱਚ ਦੇਰੀ ਨਹੀਂ। ਰੱਬ ਕੋਈ ਦੂਰ ਨਹੀਂ। ਅਕਾਲ ਪੁਰਖ ਵਾਹਿਗੁਰੂ ਤੈਥੋਂ ਕੋਈ ਨਾਰਾਜ਼ ਨਹੀਂ ਜਾਂ ਕਿਤੇ ਦੂਰ ਨਹੀਂ ਹੈ ਤੈਥੋਂ।
ਪਰਮੇਸ਼ਰ ਨਾਲ ਮਿਲਾਪ ਸਹਿਲਾ ਹੈ, ਪਰ ਜੇ ਤੂੰ ਇੱਕ ਕੰਮ ਕਰ ਲਵੇਂ। ਕਠਿਨ ਕੀ ਹੈ, ਔਖਿਆਈ ਕੀ ਹੈ, ਉਸ ਦਾ ਜ਼ਿਕਰ ਕੀਤਾ ਵੀ ਜੇ ਤੂੰ ਉਹ ਕਠਿਨਾਈ ਤੇ ਔਖਿਆਈ ਜੀਵਨ ਵਿੱਚੋਂ ਕੱਢ ਲਵੇਂ, ਜੇ ਤੂੰ ਇਹ ਕਾਰਜ ਦੀ ਸਿੱਧੀ ਕਰ ਲਵੇਂ, ਤਾਂ ਹੁਣੇ ਹੀ ਤਤਕਾਲ ਹੀ ਪਰਮੇਸ਼ਰ ਤੇਰੇ ਅੰਦਰ ਹੈ, ਵਾਹਿਗੁਰੂ ਦਾ ਅਹਿਸਾਸ ਤੂੰ ਉਸੇ ਵੇਲੇ ਹੀ ਕਰ ਲਏਂਗਾ। ਆਜ ਮਿਲਾਵਾ ਸ਼ੇਖ ਫਰੀਦ, ਹੇ ਸ਼ੇਖ ਫਰੀਦ, ਪਰਮੇਸ਼ਰ ਨਾਲ ਤਾਂ ਹੁਣੇ ਹੀ, ਅੱਲਾ ਨਾਲ ਤਾਂ ਹੁਣੇ ਹੀ ਵਸਲ ਮਿਲਾਪ ਹਾਸਲ ਹੋ ਜਾਏਗਾ। ਪਰ ਕੀ ਕਰਨਾ ਪਏਗਾ? ਟਾਕਿਮ ਕੂੰਜਣੀਆਂ। ਟਾਕਿਮ ਦਾ ਮਤਲਬ ਹੈ ਰੋਕਣਾ, ਕਿਸੇ ਨੂੰ ਠਾਕ ਲੈਣਾ, ਟੋਕ ਲੈਣਾ, ਰੋਕ ਲੈਣਾ। ਕੂੰਜਣੀਆਂ ਤੋਂ ਭਾਵ ਹੈ ਇਹ ਜਿਹੜੇ ਸਾਡੇ ਗਿਆਨ ਇੰਦਰੇ ਹਨ। ਸਾਡੇ 5 ਇੰਦਰੇ ਨੇ ਸਰੀਰ ਦੇ, ਜਿਨ੍ਹਾਂ ਨੂੰ ਗਿਆਨ ਇੰਦਰੇ ਕਿਹਾ ਜਾਂਦਾ ਹੈ। ਉਹਦੇ ਵਿੱਚ ਸਾਡੀ ਹੈ ਚਮੜੀ। ਆਪਾਂ ਸਪਰਸ਼ ਕਰਦੇ ਹਾਂ ਕਿਸੇ ਚੀਜ਼ ਨੂੰ ਤੇ ਸਾਨੂੰ ਉਹ ਕਿਹੋ ਜਿਹੀ ਹੈ ਉਹਦਾ ਅਹਿਸਾਸ ਹੁੰਦਾ, ਉਹਨੂੰ ਅਸੀਂ ਫੀਲ ਕਰਦੇ ਹਾਂ ਸਪਰਸ਼ ਕਰਕੇ। ਦੂਜਾ ਹੈ ਸਾਡੀ ਅੱਖ। ਅੱਖ ਵੇਖਦੀ ਹੈ ਤੇ ਫਿਰ ਅਸੀਂ ਡਿਸਾਈਡ ਕਰਦੇ ਹਾਂ ਵੀ ਕੀ ਹੈ। ਤੀਜਾ ਹੈ ਸਾਡਾ ਨੱਕ, ਸੁੰਘਦੇ ਹਾਂ ਅਸੀਂ। ਚੌਥਾ ਹੈ ਸਾਡੀ ਜ਼ੁਬਾਨ, ਜਿਸ ਨਾਲ ਅਸੀਂ ਚੱਖਦੇ ਹਾਂ, ਖਾਂਦੇ ਹਾਂ, ਬੋਲਦੇ ਹਾਂ। ਤੇ ਪੰਜਵਾਂ ਹੈ ਸਾਡਾ ਕੰਨ, ਜਿਸ ਨਾਲ ਹੀ ਅਸੀਂ ਸੁਣਦੇ ਹਾਂ। ਸਾਡੀ ਜਿੰਨੀ ਵੀ ਮੈਂਟਲੀ, ਜਿੰਨੀ ਵੀ ਅਸੀਂ ਇੰਪਰੂਵਮੈਂਟ ਹਾਸਲ ਕਰਦੇ ਹਾਂ, ਜਾਂ ਜਿੰਨਾ ਵੀ ਅਸੀਂ ਆਪਣੇ ਆਪ ਨੂੰ ਵਿਕਸਿਤ ਕਰਦੇ ਹਾਂ ਮਨੁੱਖੀ ਜੀਵਨ ਵਿੱਚ, ਉਹ ਇਹਨਾਂ 5 ਗਿਆਨ ਇੰਦਰੀਆਂ ਕਰਕੇ ਕਰਦੇ ਹਾਂ। ਮੰਨ ਲਓ ਜੇ ਕੋਈ ਜਮਾਂਦਰੂ, ਉਦਾਹਰਣ ਦੇ ਰਿਹਾ, ਜਮਾਂਦਰੂ ਜਿਸ ਦੇ ਕੰਨ ਨਾ ਕੰਮ ਕਰਦੇ ਹੋਣ, ਉਹਨੂੰ ਸੁਣਦਾ ਨਾ ਹੋਵੇ, ਤਾਂ ਨਿਸ਼ਚੈ ਹੀ ਉਹ ਗੂੰਗਾ ਵੀ ਹੋਵੇਗਾ, ਉਹ ਬੋਲ ਨਹੀਂ ਸਕਦਾ। ਕਿਉਂ ਨਹੀਂ ਬੋਲ ਸਕਦਾ? ਕਿਉਂਕਿ ਉਹਨੇ ਸੁਣਿਆ ਕੁਝ ਨਹੀਂ। ਕੀ ਦੂਜਾ ਕੀ ਸ਼ਬਦ ਕਹਿ ਰਿਹਾ, ਜਦੋਂ ਉਹਨੂੰ ਸੁਣ ਹੀ ਨਹੀਂ ਰਿਹਾ, ਉਹਦੇ ਕੰਨ ਹੀ ਨਹੀਂ ਕੰਮ ਕਰਦੇ। ਅਸੀਂ ਜੋ ਜਿੰਨਾ ਬੋਲਦੇ ਹਾਂ ਉਹ ਸੁਣ ਕੇ ਸ਼ੁਰੂ, ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਤੋ ਜਿੰਨੀ ਸਾਡੀ ਬੁੱਧ ਵਿਕਸਿਤ ਹੁੰਦੀ ਹੈ, ਜਿੰਨਾ ਸਾਡਾ ਬ੍ਰੇਨ, ਦਿਮਾਗ ਵਿਕਸਿਤ ਹੁੰਦਾ ਹੈ, ਉਹ ਇਹਨਾਂ 5 ਗਿਆਨ ਇੰਦਰੀਆਂ ਕਰਕੇ ਹੁੰਦਾ। ਇੱਕ ਵਿਚਾਰਵਾਨ ਨੇ ਬੜੀ ਪਿਆਰੀ ਉਦਾਹਰਣ ਦਿੱਤੀ। ਕਹਿੰਦੇ ਕੋਈ ਇੱਕ ਫਲ ਵਾਲੇ ਦੁਕਾਨ ਦੇ ਉੱਤੇ ਜਾਂਦਾ ਹੈ, ਉਹਨੇ ਉੱਥੋਂ ਫਲ ਖਰੀਦਣਾ ਤੇ ਉਹ ਪਹਿਲਾਂ ਤਾਂ ਵੇਖਦਾ, ਜਾਂਦਾ ਜਾਂਦਾ ਉਹ ਵੇਖਦਾ ਵੀ ਉਹ ਫਲ ਵਾਲੀ ਰੇਹੜੀ ਹੈ ਜਾਂ ਦੁਕਾਨ ਹੈ ਤੇ ਉੱਥੇ ਫਲ ਪਏ ਨੇ। ਹੁਣ ਅੱਖਾਂ ਨੇ ਦੱਸ ਦਿੱਤਾ ਨਾ ਵੀ ਉਹ ਫਲਾਂ ਦੀ ਦੁਕਾਨ ਹੈ ਤੇ ਫਲ ਵੇਚ ਰਿਹਾ ਬੰਦਾ। ਅੱਖਾਂ ਨੇ ਸੁਨੇਹਾ ਲਾ ਦਿੱਤਾ ਵੀ ਟਾਰਗੇਟ ਮੈਂ ਵੇਖ ਲਿਆ। ਫਿਰ ਕਦਮਾਂ ਨਾਲ ਬੰਦਾ ਤੁਰ ਕੇ ਉੱਥੇ ਚਲਾ ਗਿਆ। ਦੂਜੀ ਗੱਲ ਉਹਨੇ ਕੀ ਕੀਤੀ, ਜ਼ਬਾਨ ਨਾਲ ਉਹਨੂੰ ਪੁੱਛਿਆ ਵੀ ਕੀ ਰੇਟ ਹੈ, ਮੈਂ ਇਹਨੂੰ ਖਰੀਦਣਾ ਚਾਹੁੰਦਾ। ਤੇ ਤੀਜਾ ਕੰਮ ਉਹਨੇ ਕੀ ਕੀਤਾ ਵੀ ਉਹਨੇ ਆਪਣੇ ਹੱਥ ਵਿੱਚ ਉਸ ਫਲ ਨੂੰ ਫੜਿਆ, ਜਾਂਚ ਪੜਤਾਲ ਲਈ ਵੀ ਠੀਕ ਹੈ, ਪੱਕਾ ਹੈ ਕਿ ਕੱਚਾ ਹੈ ਜਾਂ ਕਿਵੇਂ ਹੈ। ਤੇ ਕਈ ਵਾਰ ਆਪਾਂ ਨੂੰ ਨੱਕ ਨੇੜੇ ਕਰਕੇ ਸੁੰਘਦੇ ਵੀ ਹਾਂ ਵੀ ਪੱਕਾ ਹੈ ਜਾਂ ਇਹਦੇ ਚੋਂ ਸਮੈਲ ਕਿਵੇਂ ਦੀ ਆਉਂਦੀ, ਗਲਿਆ ਨਾ ਹੋਵੇ। ਤੁਸੀਂ ਵੇਖੋ, ਕੰਨਾਂ ਨਾਲ ਅਸੀਂ ਉਹਦੀ ਆਵਾਜ਼, ਗੱਲ ਵੀ ਸੁਣ ਰਿਹਾ, ਜੋ ਰੇਟ ਦੱਸ ਰਿਹਾ, ਜੋ ਗੱਲ ਸਮਝਾ ਰਿਹਾ ਵੀ ਇਹ ਫਲ ਕੀ ਹੈ, ਉਹਦੇ ਬਾਰੇ ਆਪਾਂ ਉਹਦੇ ਨਾਲ ਗੱਲਬਾਤ ਜੋ ਕਰਦੇ ਹਾਂ, ਉਹਦੇ ਨਾਲ ਉਹਨੂੰ ਪ੍ਰੋਪਰ ਸੁਣਦੇ ਵੀ ਹਾਂ। ਫਿਰ ਜਦੋਂ ਸਾਡੀ ਡੀਲ ਫਾਈਨਲ, ਸੌਦਾ ਪੱਕਾ ਹੋ ਜਾਂਦਾ ਹੈ, ਤੇ ਫਿਰ ਅਸੀਂ ਉਸ ਫਲ ਨੂੰ ਜ਼ੁਬਾਨ ਨਾਲ ਖਾਂਦੇ ਹਾਂ। ਸਾਡੇ ਸਾਰੇ ਹੀ ਇੰਦਰੇ ਜਿਹੜੇ ਨੇ ਕਿਵੇਂ ਇੱਕ ਕੰਮ ਵਿੱਚ ਇਨਵੋਲਵ, ਇੱਕ ਸ਼ਾਮਲ ਹੋ ਜਾਂਦੇ ਨੇ, ਆਪਣਾ ਆਪਣਾ ਕੰਮ ਜਿਹੜਾ ਹੈ ਪ੍ਰੋਪਰ ਉਹ ਕਰਦੇ ਰਹਿੰਦੇ ਨੇ। ਪਰ ਨਾਲ ਦੀ ਨਾਲ ਇਹ ਵੀ ਚੀਜ਼ ਹੈ ਵੀ ਅਸੀਂ ਆਪਣੇ ਗਿਆਨ ਇੰਦਰੀਆਂ ਨਾਲ ਜਿਹੋ ਜਿਹਾ ਅਭਿਆਸ ਕਰਦੇ ਹਾਂ, ਸਾਡੇ ਮਨ ਦੀ ਸਥਿਤੀ ਉਹੋ ਜਿਹੀ ਬਣ ਜਾਂਦੀ ਹੈ। ਜੇ ਇਉਂ ਕਹਿ ਲਿਆ ਜਾਏ ਵੀ ਸਾਡੇ ਗਿਆਨ ਇੰਦਰੇ ਤੇ ਸਾਡਾ ਮਨ, ਇਸੇ ਕਰਕੇ ਗੁਰਬਾਣੀ ਦੇ ਵਿੱਚ ਇੱਕ ਵਾਕ ਐਸਾ ਵੀ ਆਉਂਦਾ ਹੈ ਜਿੱਥੇ ਮਨ ਨੂੰ 6ਵਾਂ ਇੰਦਰਾ ਲਿਖਿਆ। 5 ਇਹ ਗਿਆਨ ਇੰਦਰੇ ਹੋ ਗਿਆ ਤੇ 6ਵਾਂ ਇੰਦਰਾ ਮਨ ਹੋ ਗਿਆ। ਇਹ 6 ਰਲ ਕੇ ਹੀ ਜੀਵਨ ਨੂੰ ਚਲਾਉਂਦੇ ਨੇ, ਸਮਝੋ ਇਹੀ ਗਿਆਨ ਦਾ ਸਰੋਤ ਨੇ, ਤੇ ਸਾਰੇ ਹੀ ਆਪਸ ਵਿੱਚ ਜੁੜੇ ਹੋਏ ਨੇ, ਇੱਕ ਦੂਜੇ ਦੇ ਪੂਰਕ ਨੇ। ਮਨ ਇਹਨਾਂ 5 ਗਿਆਨ ਇੰਦਰੀਆਂ ਦਾ ਪੂਰਕ ਹੈ, 5 ਗਿਆਨ ਇੰਦਰੇ ਇੱਕ ਦੂਜੇ ਦੇ ਪੂਰਕ ਨੇ, ਔਰ 5 ਗਿਆਨ ਇੰਦਰੇ ਰਲ ਕੇ ਮਨ ਦੇ ਪੂਰਕ ਨੇ। ਜੇ ਨੁਕਤਾ ਸਾਡੀ ਸਮਝ ਵਿੱਚ ਆ ਜਾਏ, ਬੜਾ ਸਹੀਲਾ ਹੈ ਵੀ ਜੋ ਕੁਝ ਸਾਡੇ ਮਨ 'ਚ ਫੁਰਨੇ ਆਉਂਦੇ ਨੇ, ਸਰੀਰ ਦੇ ਇੰਦਰੇ ਉਹਨੂੰ ਕਰਨ ਲੱਗ ਜਾਂਦੇ ਨੇ, ਤੇ ਜੋ ਕੁਝ ਸਰੀਰ ਦੇ ਇੰਦਰੇ ਕਰਦੇ ਨੇ ਉਹਦਾ ਉਸੇ ਤਰ੍ਹਾਂ ਦੀ ਮਨ ਦੀ ਬਣਤਰ ਬਣ ਜਾਂਦੀ। ਦੋਵੇਂ ਚੀਜ਼ਾਂ ਹੀ ਇੱਕ ਦੂਜੇ ਨੂੰ ਚਲਾ ਰਹੀਆਂ ਨੇ ਰਲ ਕੇ।
ਤੋ ਜਿੱਥੇ ਮਨੁੱਖ ਨੇ ਆਪਣੇ ਮਨ ਦੀ ਅਵਸਥਾ ਨੂੰ ਬਦਲਣ ਵਾਸਤੇ ਅੰਦਰੂਨੀ ਤੌਰ ਤੇ ਵੀ ਸਟਰਗਲ ਕਰਨਾ ਹੈ, ਸੰਘਰਸ਼ ਕਰਨਾ ਹੈ, ਅਭਿਆਸ ਕਰਨਾ ਹੈ, ਯਤਨ ਕਰਨਾ ਹੈ ਚੰਗੇ ਪਾਸੇ ਤੁਰਨ ਦਾ, ਵੀ ਚੰਗੇ ਖਿਆਲ ਪੈਦਾ ਹੋਣ, ਚੰਗੇ ਵਿਚਾਰ ਪਰ ਉਹ ਹੋਣਗੇ ਨਾਲ ਨਾਲ ਇੱਕ ਅਗਲਾ ਕਰਮ ਵੀ ਹੈ ਵੀ ਆਪਣਾ ਫਿਜ਼ੀਕਲੀ ਅਭਿਆਸ ਵੀ ਚੰਗਾ ਕਰਨਾ ਹੈ। ਇਹ ਨਹੀਂ ਵੀ ਬੰਦਾ ਸੋਚੇ ਮੈਂ ਮਨ ਕਰਕੇ ਸਹੀ ਹਾਂ, ਮੈਨੂੰ ਤਾਂ ਕੋਈ ਬਾਹਰੋਂ ਚੰਗਾ ਕੰਮ ਕਰਨ ਦੀ ਲੋੜ ਹੀ ਨਹੀਂ, ਵੀ ਫਿਰ ਕੀ ਹੈ ਜੇ ਮੇਰੇ 'ਚ ਗੰਦੀਆਂ ਆਦਤਾਂ ਹਨ ਤਾਂ ਉਹ ਕੰਮ ਬਾਹਰੋਂ ਆਪਣਾ ਛੱਡੇ ਨਾ ਤੇ ਦੁਹਾਈ ਦੇਈ ਜਾ ਵੀ ਮਨ ਸੁਧਰ ਜਾਏਗਾ। ਕਿਵੇਂ? ਹੁਣ ਉਹ ਪੰਜੇ ਗਿਆਨ ਇੰਦਰੇ ਕਮਾਈ ਕਰਦੇ ਨੇ, ਅਭਿਆਸ ਕਰਦੇ ਨੇ। ਜਿਹੋ ਜਿਹਾ ਅਸੀਂ ਫਿਜ਼ੀਕਲੀ ਸਰੀਰ ਨਾਲ ਜਿਹੋ ਜਿਹਾ ਅਭਿਆਸ ਕਰਦੇ ਨਾ ਇੰਦਰੀਆਂ ਦੇ ਨਾਲ, ਉਹ ਸਾਰਾ ਕੁਝ ਇਕੱਠਾ ਕਰਦੇ ਹਾਂ ਅਸੀਂ, ਉਹਦੇ ਮੁਤਾਬਕ ਸਾਡੇ ਮਨ ਦੀ ਘਾੜਤ ਘੜੀ ਜਾਂਦੀ ਹੈ, ਮਨ ਉਹੋ ਜਿਹਾ ਬਣ ਜਾਂਦਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਇਸ ਪਾਸੇ ਇਸ਼ਾਰਾ ਕੀਤਾ, ਟਾਕਿਮ ਕੂੰਜਣੀਆਂ ਮਨੋਂ ਮਚਿੰਦਣੀਆਂ, ਮਨ ਨੂੰ ਮਚਲਾ ਦੇਣ ਵਾਲੀਆਂ, ਭਟਕਾ ਦੇਣ ਵਾਲੀਆਂ, ਮਨ ਵਿੱਚ ਵਾਸ਼ਨਾਵਾਂ ਦੀ ਵੇਗ ਉਠਾਉਣ ਵਾਲੀਆਂ ਇਹਨਾਂ ਪੰਜ ਗਿਆਨ ਇੰਦਰੀਆਂ ਨੂੰ ਮੰਦੇ ਪਾਸੇ ਜਾਣ ਤੋਂ ਰੋਕ ਲੈ। ਜੇ ਤੂੰ ਪਰਮੇਸ਼ਰ ਦਾ ਆਪਣੇ ਅੰਦਰੋਂ, ਅੱਲਾਹ ਤਾਲਾ ਦਾ ਆਪਣੇ ਅੰਦਰੋਂ ਅਹਿਸਾਸ ਪਾਉਣਾ ਚਾਹੁੰਦਾ ਹੈ ਤਾਂ ਤੂੰ ਆਪਣੇ ਪੰਜੇ ਗਿਆਨ ਇੰਦਰੀਆਂ ਦਾ ਅਭਿਆਸ ਬਦਲ। ਅਸੀਂ ਕਿਸੇ ਮਨੁੱਖ ਨੂੰ ਜਿਹੜਾ ਉਹਦਾ ਕਰਮ ਅਸੀਂ ਕਹਿੰਦੇ ਨਾ ਇਹੋ ਜਿਹੇ ਕੰਮ ਕਰਦਾ, ਸਰੀਰ ਨਾਲ ਹੀ ਕਰਦਾ ਹੈ ਨਾ, ਤੇ ਜੇ ਉਹ ਆਪਣਾ ਅਭਿਆਸ ਬਦਲਣਾ ਸ਼ੁਰੂ ਕਰ ਦੇਵੇ, ਹੁਣ ਮੰਨ ਲਓ ਕਿ ਅੱਖਾਂ ਦੇ ਨਾਲ ਉਹ ਮੇਰ ਤੇਰ ਦੀ ਭਾਵਨਾ ਨਾਲ ਵੇਖਣਾ ਬੰਦ ਕਰੇ, ਕਿ ਦੇਖਣਾ ਤੇ ਸੰਸਾਰ ਨੂੰ ਹੈ ਪਰ ਮੇਰ ਤੇਰ ਨਾਲ ਨਹੀਂ, ਨਫ਼ਰਤ ਨਾਲ ਨਹੀਂ, ਭੇਦ ਭਾਵ ਨਾਲ ਨਹੀਂ। ਇਹ ਉਹਨੂੰ ਆਪਣੇ ਆਪ ਲਈ ਪ੍ਰੈਕਟਿਸ ਕਰਨੀ ਪਏਗੀ, ਇਹ ਉਹਨੂੰ ਆਪਣੀ ਬਣਤਰ ਉੱਤੇ ਧਿਆਨ ਦੇਣਾ ਪਏਗਾ ਦੋਹਾਂ ਪਾਸੇ। ਬੜੀ ਪਿਆਰੀ ਉਦਾਹਰਣ ਇੱਕ ਵਿਚਾਰਵਾਨ ਨੇ ਦਿੱਤੀ। ਉਹ ਕਹਿੰਦਾ ਹੈ ਕੋਈ ਮਿੱਟੀ ਦਾ ਭਾਂਡਾ ਖਰੀਦਣ ਵਾਸਤੇ ਜਿਹੜਾ ਸੱਜਣ ਮਿੱਟੀ ਦੇ ਭਾਂਡੇ ਵੇਚਦਾ ਹੈ ਉਹਦੇ ਕੋਲ ਚਲਾ ਗਿਆ ਤੇ ਉਸਨੇ ਕਈ ਭਾਂਤ ਸੁਭਾਂਤੇ ਭਾਂਡੇ ਉੱਥੇ ਲੱਗੇ ਸਨ। ਹੁਣ ਉਹ ਮਿੱਟੀ ਦਾ ਭਾਂਡਾ ਉਹਨੇ ਇੱਕ ਚੁੱਕਿਆ ਜਿਹੜਾ ਉਹਨੇ ਖਰੀਦਣਾ ਸੀ, ਤੇ ਉਹਨੇ ਪਹਿਲਾਂ ਤਾਂ ਉਹਨੂੰ ਬਾਹਰੋਂ ਵੇਖਿਆ, ਫਿਰ ਉਹਦੇ ਵਿੱਚ ਹੱਥ ਪਾ ਕੇ ਤੇ ਬੜੇ ਧਿਆਨ ਨਾਲ, ਨੀਝ ਨਾਲ ਉਹਨੂੰ ਅੰਦਰੋਂ ਤੱਕਿਆ। ਉਹ ਨੇੜ ਵਾਲੇ ਨੇ ਜਿਹੜਾ ਨਾਲ ਕੋਈ ਸੱਜਣ ਗਿਆ ਸੀ, ਉਹ ਕਹਿਣ ਲੱਗਿਆ ਬਾਹਰੋਂ ਤੇ ਇੰਨਾ ਸੋਹਣਾ ਲੱਗ ਰਿਹਾ, ਇਹਦੇ ਵਿੱਚ ਕੀ ਤੱਕਦਾ? ਜਿਹੜਾ ਬਾਹਰੋਂ ਸੋਹਣਾ ਅੰਦਰੋਂ ਵੀ ਸੋਹਣਾ ਹੀ ਹੋਏਗਾ। ਕਿਉਂਕਿ ਜਦੋਂ ਮਿੱਟੀ ਦਾ ਭਾਂਡਾ ਬਣਾਇਆ ਜਾਂਦਾ ਹੈ, ਫਿਰ ਉਹਨੂੰ ਪਕਾਇਆ ਜਾਂਦਾ ਹੈ, ਤੇ ਪਕਾਉਣ ਤੋਂ ਬਾਅਦ ਫਿਰ ਉਹਦੇ ਬਾਹਰ ਥੋੜੀ ਜੀ ਵੇਲ ਬੂਟੀਆਂ ਪਾ ਕੇ ਉਹਨੂੰ ਸ਼ਿੰਗਾਰ ਦਿੱਤਾ ਜਾਂਦਾ ਵੀ ਸੋਹਣਾ ਲੱਗੇ ਪਿਆ, ਦੇਖ ਵੀ ਤੇ ਵਧੀਆ ਹੋਵੇ ਨਾ। ਹੁਣ ਉਹ ਜਦੋਂ ਉਹਨੇ ਕਿਹਾ ਵੀ ਬਾਹਰੋਂ ਕਿੱਡਾ ਸੋਹਣਾ ਲੱਗਦਾ, ਵੇਖ ਕਿੰਨੀ ਸੋਹਣੀ ਇਹਦੇ ਉੱਤੇ ਵੇਲ ਬੂਟੀਆਂ ਪਾਈਆਂ ਨੇ, ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਹੈ, ਤੇ ਤੂੰ ਉਹਨੂੰ ਵਿੱਚੋਂ ਕੀ ਵੇਖਣਾ? ਕਹਿਣ ਲੱਗਾ ਨਹੀਂ, ਚੀਜ਼ ਤੇ ਵਿੱਚ ਹੀ ਪੈਣੀ ਹੈ ਨਾ। ਬਾਹਰੋਂ ਦੇਖਣ ਨੂੰ ਸੋਹਣਾ ਲੱਗਦਾ ਹੈ, ਤਾਈਓ ਮੈਨੂੰ ਸੋਹਣਾ ਲੱਗਿਆ ਤੇ ਮੈਂ ਇਹਨੂੰ ਪਰਖਣ ਲੱਗ ਪਿਆ ਵੀ ਜਿੰਨਾ ਬਾਹਰੋਂ ਸੋਹਣਾ ਹੈ ਕੰਮ ਦਾ ਵੀ ਹੈ। ਖੜਨਾ ਤੇ ਚੀਜ਼ ਪਾਉਣ ਵਾਸਤੇ ਹੈ ਨਾ, ਵਸਤੂ ਪਾਉਣ ਵਾਸਤੇ। ਇਹ ਨਾ ਹੋਵੇ ਬਾਹਰੋਂ ਸਾਨੂੰ ਰੰਗ ਹੋਇਆ ਪਤਾ ਨਾ ਲੱਗੇ ਤੇ ਤਰੇੜ ਪਈ ਹੋਵੇ, ਤੇ ਫਿਰ ਜੇ ਇਹਦੇ 'ਚ ਚੀਜ਼ ਹੀ ਨਾ ਟਿਕੀ ਤੇ ਫਿਰ ਲਾਭ ਕੀ ਹੈ, ਫਾਇਦਾ ਕੀ ਹੈ? ਫਿਰ ਇਸ ਭਾਂਡੇ ਨੂੰ ਆਪਾਂ ਜਿਹਦੇ 'ਚ ਚੀਜ਼ ਪਾਉਣੀ, ਇਹਨੂੰ ਗਾਹੇ ਬਗਾਹੇ ਧੋਣਾ ਵੀ ਪੈਣਾ, ਤੇ ਵਿੱਚੋਂ ਵੀ ਤੇ ਸਫਾਈ ਹੋਵੇ ਨਾ ਭਾਂਡੇ ਦੀ। ਭਾਂਡੇ ਬਣਾਉਣ ਵਾਲੇ ਨੇ ਵਿੱਚ ਵੀ ਸਫਾਈ ਰੱਖੀ ਹੋਵੇ ਭਾਂਡੇ ਦੇ। ਇਸ ਲਈ ਜਦੋਂ ਉਹਨੂੰ ਚੱਕ ਦੇ ਉੱਤੇ ਮਿੱਟੀ ਨੂੰ ਰੱਖ ਕੇ ਭਾਂਡਾ ਘੜਿਆ ਜਾਂਦਾ ਹੈ, ਬਣਾਇਆ ਜਾਂਦਾ ਹੈ, ਤਾਂ ਇੱਕ ਹੱਥ ਭਾਂਡਾ ਘੜਨ ਵਾਲਾ ਅੰਦਰ ਰੱਖਦਾ ਹੈ ਤੇ ਦੂਜਾ ਹੱਥ ਬਾਹਰ ਰੱਖਦਾ ਹੈ, ਤੇ ਉਹ ਭਾਂਡੇ ਨੂੰ ਨਾਲ ਨਾਲ ਸ਼ਕਲ ਦਿੰਦਾ ਹੈ, ਨਾਲ ਨਾਲ ਦੋਵਾਂ ਪਾਸਿਆਂ ਤੋਂ ਉਹਨੂੰ ਸਾਫ਼ ਕਰਕੇ ਸਵਾਰਦਾ ਵੀ ਹੈ, ਖੁਰਦਰਾ ਨਹੀਂ ਰਹਿਣ ਦਿੰਦਾ। ਭਾਂਡਾ ਬਾਹਰੋਂ ਵੀ ਸੋਹਣਾ ਲੱਗਦਾ ਹੈ, ਅੰਦਰੋਂ ਵੀ ਸੋਹਣਾ ਲੱਗਦਾ ਹੈ, ਦੋਵਾਂ ਪਾਸਿਆਂ ਤੋਂ ਸਾਫ਼ ਲੱਗਦਾ ਹੈ। ਫਿਰ ਬਾਹਰੋਂ ਉਹਨੂੰ ਹੋਰ ਸਵਾਰਦਾ ਹੈ। ਫਿਰ ਖਰੀਦਣ ਵਾਲਾ ਵੀ ਜਿਹੜਾ ਜਿਹਨੂੰ ਗਿਆਨ ਹੈ ਭਾਂਡੇ ਦਾ, ਉਹ ਬਾਹਰੋਂ ਵੀ ਚੰਗੀ ਤਰ੍ਹਾਂ ਤੱਕਦਾ ਤੇ ਅੰਦਰੋਂ ਵੀ ਚੰਗੀ ਤਰ੍ਹਾਂ ਵੇਖਦਾ। ਇਵੇਂ ਫਿਰ ਉਸ ਭਾਂਡੇ ਦੀ ਬਣਤਰ ਨੂੰ ਵੇਚਿਆ ਜਾਂਦਾ ਹੈ, ਤੇ ਲੈਣ ਵਾਲਾ ਵੀ ਖੁਸ਼ ਹੁੰਦਾ ਹੈ ਤੇ ਉਹਨੂੰ ਕੰਮ ਵੀ ਦਿੰਦਾ ਹੈ। ਜੀਵਨ ਵੀ ਕੁਝ ਇਸੇ ਤਰ੍ਹਾਂ ਦਾ ਹੈ। ਇਹ ਠੀਕ ਹੈ ਵੀ ਬਾਹਰੋਂ ਮਨੁੱਖ ਨੂੰ ਸਲੀਕਾ ਰੱਖਣਾ, ਤਰੀਕੇ ਨਾਲ ਜ਼ਿੰਦਗੀ ਵਿੱਚ ਤੁਰਨਾ, ਤਰੀਕੇ ਨਾਲ ਜ਼ਿੰਦਗੀ ਦੇ ਪੈਂਡੇ ਨੂੰ ਤੈਅ ਕਰਨਾ ਚਾਹੀਦਾ ਹੈ। ਇਹ ਤਾਂ ਆਪਾਂ ਆਮ ਗੱਲਾਂ ਕਰਦੇ ਹਾਂ, ਪਰ ਉਹ ਸਲੀਕਾ ਤੇ ਤਰੀਕਾ ਪਖੰਡ ਨਾ ਬਣ ਜਾਏ। ਇਸ ਲਈ ਜ਼ਰੂਰੀ ਹੈ ਵੀ ਸਾਡੇ ਅੰਦਰ ਵੀ ਜਿਹੜਾ ਹੈ ਉਹ ਖੁਰਦਰਾਪਨ ਨਾ ਹੋਵੇ, ਤਰੇੜਾਂ ਨਾ ਹੋਣ।
ਜਿਵੇਂ ਆਪਾਂ ਪਿਛਲੇ ਸ਼ਬਦ ਵਿੱਚ ਪੜ੍ਹਿਆ ਸੀ, ਜਿੱਥੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਤੋ ਉਹਦੇ ਲਈ ਕੀ ਕਰਨਾ ਪਏਗਾ? ਸਾਨੂੰ ਆਪਣਾ ਮਨ ਵੀ ਸਵਾਰਨਾ ਪਏਗਾ ਤੇ ਗਿਆਨ ਇੰਦਰੀਆਂ ਦਾ ਅਭਿਆਸ ਵੀ ਬਦਲਣਾ ਪਏਗਾ। ਇਹ ਨਾ ਹੋਵੇ ਐਸੀ ਦਸ਼ਾ ਵਾਪਰ ਜਾਏ ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ 'ਚ ਕੀਤਾ ਹੈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਹ ਸਾਰੇ ਇੰਦਰੇ ਜਿਹੜੇ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਕਰਮ, ਪਾਪ ਤੇ ਜ਼ਹਿਰ ਹੀ ਇਕੱਠਾ ਕਰਦੇ ਰਹਿ ਜਾਣ। ਇਸ ਲਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਨਾ, ਵੱਖ-ਵੱਖ ਇੰਦਰੀਆਂ ਨੂੰ ਸੰਬੋਧਿਤ ਹੋ ਕੇ ਮਹਾਰਾਜ ਨੇ ਇਹ ਵਾਕ ਲਿਖੇ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕਿਤੇ ਲਿਖਿਆ ਹੈ, ਸ਼ਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ। ਕਿਤੇ ਕਿਹਾ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ, ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਕਿਤੇ ਮਹਾਰਾਜ ਬਾਣੀ 'ਚ ਕਹਿੰਦੇ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਸੋ ਇਹ ਸਾਰੇ ਵਾਕ ਇਸ ਵਾਸਤੇ ਨੇ ਵੀ ਆਪਣਾ ਜਿਹੜਾ ਇੰਦਰੀਆਂ ਦਾ ਅਭਿਆਸ ਹੈ, ਪ੍ਰੈਕਟਿਸ ਹੈ, ਉਹਦੇ ਵੱਲ ਵੀ ਧਿਆਨ ਦੇ ਵੀ ਮੈਂ ਆਪਣਾ ਜਿਹੜਾ ਕਰਮ ਹੈ ਨਾ ਬਾਹਰੋਂ, ਉਹਨੂੰ ਵੀ ਸਵਾਰਨਾ ਹੈ। ਮਨ ਨੂੰ ਖੁਰਾਕ ਜਦੋਂ ਮਾੜੀ ਪਹੁੰਚਣੀ ਬੰਦ ਹੋ ਗਈ ਤਾਂ ਮਨ ਤੇ ਤਨ ਇੱਕ ਦੂਜੇ ਦੇ ਪੂਰਕ ਨੇ, ਦੋਵਾਂ ਨੂੰ ਹੀ ਆਪਣੀ ਆਪਣੀ ਜਗ੍ਹਾ ਤੇ ਸਵਾਰ ਕੇ ਰੱਖਣਾ। ਕਰਮ ਵੀ ਤੇ ਵਿਚਾਰ ਵੀ ਦੋਵੇਂ ਇੱਕ ਦੂਜੇ ਦੇ ਪੂਰਕ ਨੇ। ਤੋ ਆਰੰਭ ਦੇ ਬਚਨ ਵਿੱਚ ਫਰਮਾਉਂਦੇ ਨੇ ਬਾਬਾ ਸ਼ੇਖ ਫਰੀਦ ਸਾਹਿਬ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲਗੇ। ਹੇ ਪਿਆਰੇ, ਹੇ ਸਤ ਸੰਗੀ, ਹੇ ਮਨੁੱਖ, ਸ਼ੇਖ ਫਰੀਦ ਤੈਨੂੰ ਕਹਿੰਦਾ ਹੈ, ਅੱਲਾ ਨਾਲ ਜੁੜ, ਅੱਲਾ ਦੇ ਰਾਹ ਤੇ ਤੁਰ, ਰੱਬ ਦੇ ਰਾਹ ਤੇ ਤੁਰ, ਪਰਮੇਸ਼ਰ ਦੇ ਮਾਰਗ ਤੇ ਚੱਲ। ਚੇਤੇ ਰੱਖ, ਇਹ ਤਨ ਹੋਸੀ ਖਾਕ, ਨਿਮਾਣੀ ਗੌਰ ਕਰੇ। ਮਾਣ ਨਾ ਕਰ ਇਸ ਸਰੀਰ ਦਾ, ਗਰੂਰ ਨਾ ਕਰ ਇਸ ਜੀਵਨ ਦਾ। ਓੜਕ ਨੂੰ ਅਖੀਰ ਨੂੰ ਇਹਨੇ ਖਾਕ ਹੋ ਜਾਣਾ ਹੈ, ਮਿੱਟੀ 'ਚ ਰਲ ਜਾਣਾ ਹੈ ਇਸ ਦੇਹ ਨੇ। ਨਿਮਾਣੀ ਡੂੰਗੀ, ਗੌਰ ਕਰੇ। ਅਖੀਰ ਇਸ ਨੇ, ਗੌਰ ਕਬਰ ਨੂੰ ਕਹਿੰਦੇ ਨੇ, ਡੂੰਗੀ ਕਬਰ ਦੇ ਵਿੱਚ ਜਾ ਕੇ ਇਹਨੇ ਟਿਕਾਣਾ ਬਣਾ ਲੈਣਾ। ਇਹ ਸਰੀਰ ਨੇ ਅਖੀਰ ਨੂੰ ਕਬਰ ਜਾ ਪੈਣਾ ਹੈ, ਡੂੰਗੀ ਕਬਰ ਵਿੱਚ ਇਸ ਨੇ ਚਲੇ ਜਾਣਾ ਹੈ, ਮਿੱਟੀ 'ਚ ਇਹਨੇ ਰਲ ਜਾਣਾ ਹੈ, ਖਾਕ ਹੋ ਜਾਣਾ। ਇਸ ਲਈ ਵਕਤ ਨਾ ਖੁੰਝਾ, ਜ਼ਿੰਦਗੀ ਦੇ ਵਕਤ ਨੂੰ ਸੰਭਾਲ। ਫਿਰ ਅੱਗੇ ਫਰਮਾਉਂਦੇ ਹਨ, ਜੇ ਜਾਣਾ ਮਰ ਜਾਈਐ, ਘੁੰਮ ਨਾ ਆਈਐ। ਜੇ ਸਮਝ ਲਈਏ ਨਾ ਕਿ ਓੜਕ ਨੂੰ ਮਰਨਾ ਹੈ, ਓੜਕ ਨੂੰ ਜੀਵਨ ਦੀ ਇਹ ਖੇਡ, ਇਹ ਲੀਲਾ ਸਮਾਪਤ ਹੋ ਜਾਣੀ ਹੈ, ਘੁੰਮ ਮੁੜ ਕੇ ਨਾ ਆਈਐ। ਫਿਰ ਉਹ ਸਾਰਾ ਕੁਝ ਆਉਣਾ ਜਿਹੜਾ ਗੁਜ਼ਾਰ ਲਿਆ, ਜਿਹੜੇ ਪਲ ਹੁਣ ਗੁਜ਼ਰ ਗਏ ਦੁਬਾਰਾ ਜ਼ਿੰਦਗੀ 'ਚ ਆਉਣੇ ਨੇ ਕਿਤੇ। ਜਿਹੜੇ ਸਾਥ ਟੁੱਟ ਗਏ ਉਹ ਦੁਬਾਰਾ ਜੁੜਦੇ ਨੇ। ਤੋ ਉਹਨੂੰ ਕਹਿੰਦੇ ਨੇ ਘੁੰਮ, ਵਾਪਸ ਮੁੜ ਕੇ ਫਿਰ ਉਸ ਜਗ੍ਹਾ ਨਹੀਂ ਪਹੁੰਚਿਆ ਜਾਣਾ। ਨਾ ਆਈਆ, ਨਹੀਂ ਆ ਸਕਦੇ। ਜੇ ਸਮਝ ਲਈਏ ਤੇ ਫਿਰ ਇਹ ਵੀ ਸਮਝ ਲੈਣਾ ਚਾਹੀਦਾ, ਝੂਠੀ ਦੁਨੀਆ ਲੱਗ ਨਾ ਆਪ ਮਝਾਈਆ। ਫਿਰ ਝੂਠੀ ਦੁਨੀਆ ਨਾਲ ਭਾਵ ਨਾਸ਼ਵੰਤ ਪਦਾਰਥਾਂ ਦੇ ਮੋਹ ਦੇ ਚੱਕਰ ਵਿੱਚ ਕੋਈ ਕਰਮ ਨਾ ਕਰੀਏ, ਪਾਪ ਨਾ ਕਰੀਏ, ਜ਼ੁਲਮ ਨਾ ਕਰੀਏ, ਧੱਕਾ ਨਾ ਕਰੀਏ, ਪਰਾਇਆ ਹੱਕ ਨਾ ਖਾਈਏ, ਮੰਦਾ ਅਮਲ ਨਾ ਕਮਾਈਏ, ਨਾ ਆਪ ਵੰਝਾਏ, ਆਪਣੇ ਆਪ ਨੂੰ ਖੁਆਰ ਨਾ ਕਰੀਏ। ਸੰਸਾਰ ਤੇ ਨਾਸ਼ਵੰਤ, ਪਦਾਰਥ ਤੇ ਨਾਸ਼ਵੰਤ ਹੀ ਨੇ, ਅਸੀਂ ਵੀ ਹਾਂ, ਸਾਰਾ ਕੁਝ ਹੀ ਹੈ। ਪਰ ਇਹ ਸਾਰਾ ਕੁਝ ਜਿਹੜਾ ਹੈ ਇਹ ਸਾਡੇ ਵਰਤਨ ਵਲੇਵਾਂ ਤੇ ਹੋਵੇ, ਪਰ ਇਹਦੇ ਨਾਲ ਜੁੜ ਕੇ ਖੁਆਰੀ ਨਾ ਜੀਵਨ ਦੇ ਪੱਲੇ ਪੈ ਜਾਏ। ਭੰਜਾਈਏ ਦਾ ਮਤਲਬ ਹੈ ਖੁਆਰ ਹੋਣਾ। ਫਿਰ ਕੀ ਕਰੀਏ? ਆਖਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਕੀ ਕਰੀਏ? ਸੱਚ ਬੋਲੀਏ, ਸੱਚੇ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ। ਧਰਮ ਦਾ ਮਤਲਬ ਹੈ ਅਸੂਲ ਦੀ ਗੱਲ ਕਰੀਏ। ਸੱਚ ਤੇ ਧਰਮ ਦੋਵਾਂ ਨੂੰ ਔਂਕੜ ਲੱਗਾ ਹੋਇਆ। ਸੱਚ, ਸੱਚੇ ਅਕਾਲ ਪੁਰਖ ਸਦੀਵ ਕਾਲ ਅੱਲਾਹ ਦੀ, ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰੀਏ। ਧਰਮ ਭਾਵ ਅਸੂਲ ਦੀ ਗੱਲ ਕਰੀਏ, ਅਸੂਲ ਦੀ ਪਹਿਰੇਦਾਰੀ ਕਰੀਏ, ਅਸੂਲ ਦੀ ਤਰਫਦਾਰੀ ਕਰੀਏ, ਫਰਜ਼ ਦੇ ਉੱਤੇ ਕਾਇਮ ਰਹੀਏ। ਝੂਠ ਨਾ ਬੋਲੀਏ, ਕੂੜ ਨਾ ਲਾਈਏ, ਸਵਾਰਥ, ਹੰਕਾਰ, ਹਉਮੈ ਅਤੇ ਮੰਦੇ ਅਮਲ ਦੀ ਤਰਫਦਾਰੀ ਕਰਨ ਵਾਲੇ ਭੈੜੇ ਬੋਲ ਨਾ ਬੋਲੀਏ। ਜੋ ਗੁਰ ਦੱਸੇ ਵਾਟ, ਦੱਸੈ ਵਾਟ ਮੁਰੀਦਾਂ ਜੋਲੀਏ।
ਗੁਰੂ ਮੁਰਸ਼ਦ ਜਿਹੜੀ ਵਾਟ ਦਾ ਮਤਲਬ ਰਸਤਾ ਦੱਸਦਾ ਹੈ, ਮੁਰੀਦਾਂ ਨੂੰ ਸੇਵਕਾਂ ਨੂੰ ਚਾਹੀਦਾ ਹੈ ਜੋਲੀਏ ਉਹਦੇ ਉੱਤੇ ਜੁਲੀਏ, ਤੁਰੀਏ, ਗੁਰੂ ਦੇ ਕਹੇ ਮੁਤਾਬਕ ਆਪਣੀ ਜ਼ਿੰਦਗੀ ਜੀਵੀਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਗੁਰੂ ਦੇ ਉਪਦੇਸ਼ ਨੂੰ ਕਮਾਈਏ, ਆਪਣਾ ਅਮਲ ਗੁਰੂ ਦੀ ਸਿੱਖਿਆ ਮੁਤਾਬਕ ਘੜੀਏ। ਯਥਾ ਜਿਵੇਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੋ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਨੇ, ਜੇਕਰ ਤੂੰ ਆਪਣੀ ਜ਼ਿੰਦਗੀ ਦਾ ਭਲਾ ਚਾਹੁੰਦਾ ਹੈ ਤਾਂ ਇੱਕ ਉਦਾਹਰਣ ਦਿੰਦਾ ਹਾਂ, ਛੈਲ ਲੰਘਾਉਂਦੇ ਪਾਰ ਗੋਰੀ ਮਨ ਧੀਰਿਆ। ਕੁਝ ਕਾਫਲੇ ਨੇ, ਕਿਸੇ ਜਥੇ ਨੇ ਨਦੀ ਪਾਰ ਕਰਨੀ ਸੀ, ਜਿਨ੍ਹਾਂ ਨੂੰ ਤਰਨਾ ਆਉਂਦਾ ਸੀ, ਜਿਨ੍ਹਾਂ ਦੇ ਅੰਦਰੋਂ ਡਰ ਲੈ ਗਿਆ ਸੀ, ਜਿਨ੍ਹਾਂ ਦਾ ਤਜਰਬਾ ਸੀ ਕਹਿ ਲਓ ਤਰਨ ਦਾ, ਉਹਨਾਂ ਨੇ ਛੇਤੀ ਛੇਤੀ ਪਾਣੀ ਦੇ ਵਿੱਚ ਠਿੱਲੇ ਤੇ ਤਰਨਾ ਸ਼ੁਰੂ ਕਰ ਦਿੱਤਾ। ਇੱਕ ਜਿਹੜਾ ਸੀ ਉਹਦਾ ਤਜਰਬਾ ਨਹੀਂ ਸੀ ਹੈ ਕਿ ਤਰਿਆ ਕਿਵੇਂ ਜਾਂਦਾ ਹੈ, ਉਹਨੂੰ ਤਰਨਾ ਤੇ ਸ਼ਾਇਦ ਆਉਂਦਾ ਹੀ ਹੋਵੇ ਜਾਂ ਨਾ ਆਉਂਦਾ ਹੋਵੇ, ਪਰ ਉਹਨੂੰ ਤਜਰਬਾਹੀਣ ਹੋਣ ਕਰਕੇ ਉਹਦੇ ਅੰਦਰ ਡਰ ਸੀ ਵੀ ਕਿਤੇ ਮੈਂ ਡੁੱਬ ਨਾ ਜਾਵਾਂ, ਕਿਵੇਂ ਪਾਰ ਜਾਵਾਂਗਾ, ਦੂਜੇ ਕਿਨਾਰੇ ਤੇ ਕਿਵੇਂ ਪਹੁੰਚਾਂਗਾ। ਪਰ ਕਿਉਂਕਿ ਜਿਹੜੇ ਸਾਥੀ ਸਨ ਉਹਨਾਂ ਨੇ ਕਿਹਾ ਵੀ ਅਸੀਂ ਤੇਰੇ ਨਾਲ ਆ, ਜੇ ਕਿਤੇ ਡੁੱਬਣ ਦੇ ਆਸਾਰ ਬਣੇ ਅਸੀਂ ਤੇਰੀ ਬਾਂਹ ਫੜਾਂਗੇ ਤੇ ਨਾਲ ਨਾਲ ਤੈਨੂੰ ਦੱਸਾਂਗੇ ਵੀ ਇਸ ਤਰ੍ਹਾਂ ਤਰਨਾ ਹੈ, ਤੇ ਤੂੰ ਡਰ ਨਾ, ਅਸੀਂ ਤੇਰੀ ਮਦਦ ਵਾਸਤੇ ਇੰਨੇ ਜਾਣੇ ਤੇਰੇ ਨਾਲ ਆ, ਤੈਨੂੰ ਡਰਨ ਦੀ ਲੋੜ ਨਹੀਂ, ਨਾਲੇ ਤੇਰਾ ਤਜਰਬਾ ਵੀ ਹੋ ਜਾਣਾ ਤੇ ਆਪਾਂ ਦੂਜੇ ਕੰਢੇ ਵੀ ਪਹੁੰਚ ਜਾਣਾ ਤੇ ਸਹਾਇਤਾ ਅਸੀਂ ਤੇਰੀ ਕਰਨੀ ਹੈ। ਉਹ ਉਦਾਹਰਣ ਦਿੰਦੇ ਨੇ, ਸ਼ੈਲ ਗੱਭਰੂ ਲੰਘਾਉਂਦੇ ਪਾਰ, ਨਦੀ ਦੇ ਤੱਟ ਤੋਂ, ਦਰਿਆ ਤੋਂ ਇੱਕ ਸਿਰੇ ਤੋਂ ਦੂਜੇ ਪਾਸੇ ਨੂੰ ਪਾਰ ਹੋਣ ਦਾ ਯਤਨ ਕਰਦੇ ਨੇ। ਗੋਰੀ ਮਨ ਧੀਰਿਆ ਭਾਵ ਕਮਜ਼ੋਰ ਸੁਰਤ ਵਾਲਾ ਜਿਹੜਾ ਹੈ, ਉਹਦਾ ਮਨ ਵੀ ਉਹਨਾਂ ਵੱਲ ਵੇਖ ਕੇ ਧੀਰਜ ਫੜ ਗਿਆ ਤੇ ਉਹਨੇ ਵੀ ਉਹਨਾਂ ਦੇ ਆਸਰੇ ਦੇ ਉੱਤੇ ਦਰਿਆ ਨੂੰ ਪਾਰ ਕਰ ਲਿਆ। ਇਹ ਉਦਾਹਰਣ ਦਾ ਭਾਵ ਹੈ, ਜਗਤ ਦੀ ਬੁਰਾਈ ਦਾ ਟਾਕਰਾ ਕਰਨਾ ਸਾਡੇ ਕਮਜ਼ੋਰ ਮਨ ਦੇ ਵੱਸ ਦੀ ਕਈ ਵਾਰ ਖੇਡ ਨਹੀਂ ਹੁੰਦੀ। ਇਸ ਲਈ ਸਾਨੂੰ ਆਸਰਾ ਚਾਹੀਦਾ ਹੈ ਸਤ ਸੰਗਤ ਦਾ, ਜਿੱਥੇ ਅਸੀਂ ਆਪਣੇ ਮਨ ਨੂੰ ਗੁਰੂ ਉਪਦੇਸ਼ ਨਾਲ ਤਕੜਿਆਂ ਕਰਦੇ ਰਹੀਏ। ਤੇ ਦੂਜੀ ਗੱਲ ਹੈ ਵੀ ਨੇਕ ਲੋਕਾਂ ਦੀ ਸੰਗਤ ਵਿੱਚ ਬੈਠਣਾ। ਜਦੋਂ ਅਸੀਂ ਕੁਰਾਹੇ ਪੈ ਜਾਈਏ, ਕੁਰਾਹੇ ਪੈਣ ਲੱਗੀਏ, ਜਾਂ ਇਹ ਚਾਂਸ ਜਾਂ ਆਸਾਰ ਬਣ ਜਾਣ, ਤਾਂ ਉਹ ਸਾਡਾ ਮਾਰਗਦਰਸ਼ਨ ਕਰਦੇ ਰਹਿਣ। ਇਹ ਤਾਂ ਹੀ ਹੋਏਗਾ ਜੇ ਅਸੀਂ ਸਤ ਸੰਗਤ ਨਾਲ ਪ੍ਰੇਮ ਕਰਦੇ ਹੋਵਾਂਗੇ, ਜੇ ਨੇਕ ਲੋਕਾਂ ਦੇ ਕੋਲ ਬੈਠਣ ਦਾ ਅਸੀਂ ਸੁਭਾਅ ਬਣਾਇਆ ਹੋਏਗਾ, ਚੰਗੀ ਗੱਲ ਸੁਣਨ ਦਾ ਸੁਭਾਅ ਬਣਾਇਆ ਹੋਏਗਾ, ਚੰਗੇ ਖਿਆਲ ਪੜ੍ਹਨ ਦੀ ਰੁਚੀ ਬਣਾਈ ਹੋਏਗੀ। ਇਹ ਜਾਨੀ ਕਿ ਇਹ ਜਿੰਨਾ ਚਿਰ ਸਾਡੀ ਸਾਂਝ ਇਹ ਇਸ ਦਾਇਰੇ ਨਾਲ ਨਹੀਂ ਬਣੇਗੀ, ਉਹਨਾਂ ਚਿਰ ਸਾਨੂੰ ਮੁਸ਼ਕਲਾਂ, ਵਿਕਾਰਾਂ, ਵਿਪਦਾਵਾਂ ਤੋਂ ਬਚਣ ਦਾ ਗਿਆਨ ਤੇ ਉਦਮ ਕਰਾਉਣ ਵਾਲੇ ਲੋਕ ਜਿਹੜੇ ਨੇ ਉਹ ਸਾਡੇ ਜੀਵਨ 'ਚ ਇੰਟਰਫੇਰੈਂਸ ਨਹੀਂ ਕਰ ਸਕਦੇ। ਤੋ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਜਿੱਥੇ ਭਟਕਣ ਦਾ ਚਾਂਸ ਬਣਨ, ਆਸਾਰ ਬਣਨ, ਉੱਥੇ ਸਾਡਾ ਕੋਈ ਮਾਰਗਦਰਸ਼ਨ ਕਰੇ ਤੇ ਕੀ ਕਰਨਾ ਹੋਏਗਾ? ਗੁਰੂ ਨਾਲ ਸਾਂਝ ਰੱਖਣੀ ਹੋਏਗੀ, ਸਤ ਸੰਗਤ ਦਾ ਆਸਰਾ ਤੱਕਣਾ ਪਏਗਾ, ਨੇਕ ਲੋਕਾਂ ਦੀ ਸੰਗਤ ਨਾਲ ਸਨੇਹ ਬਣਾਉਣਾ, ਵਧਾਉਣਾ ਪਏਗਾ, ਚੰਗੇ ਵਿਚਾਰ ਸੁਣਨੇ, ਪੜ੍ਹਨੇ ਤੇ ਧਾਰਨ ਕਰਨੇ, ਹੌਲੀ ਇਹ ਅਭਿਆਸ ਕਰਨਾ ਪਏਗਾ। ਫਿਰ ਅਸੀਂ ਵੀ ਜਿਹੜੇ ਕਮਜ਼ੋਰ ਜੀਵਨ ਵਾਲੇ ਨੇ, ਸਾਡਾ ਵੀ ਭਲਾ ਹੋ ਜਾਏਗਾ। ਕੰਚਨ ਵੰਨੇ ਪਾਸੇ ਕਲਵਤ ਚੀਰਿਆ, ਪਰ ਜਿਹੜੇ ਕੇਵਲ ਕੰਚਨ, ਦੌਲਤ, ਪਦਾਰਥ ਦਾ ਗਰੂਰ, ਹੰਕਾਰ ਹੀ ਪਾਲੀ ਬੈਠੇ ਨੇ, ਅਸੀਂ ਤਾਂ ਬੜੇ ਅਮੀਰ ਹੁੰਨੇ ਆ, ਦੌਲਤਮੰਦ ਹੁੰਨੇ ਆ, ਜਾਂ ਸਵਾਰਥ ਪਾਲੀ ਬੈਠੇ ਨੇ ਵੀ ਦੌਲਤ ਹੀ ਦੌਲਤ ਹੋਵੇ, ਹੋਰ ਕੁਝ ਨਹੀਂ ਚਾਹੀਦਾ ਜ਼ਿੰਦਗੀ 'ਚ। ਕਲਵਤ ਚੀਰਿਆ, ਜਿਹੜੇ ਇਸ ਪਾਸੇ ਹੀ ਲੱਗੇ ਹੋਏ ਨਾ, ਕਲਵਤ ਸਮਝੋ ਆਰੇ ਨਾਲ ਚੀਰੇ ਜਾੜ, ਸਮਝੋ ਤਸੀਹੇ ਜਰਨਗੇ, ਆਤਮਕ ਮਾਨਸਿਕ ਤੌਰ ਉੱਤੇ ਉਹ ਵਿਪਦਾਵਾਂ ਦੇ ਸ਼ਿਕਾਰ ਹੋਣਗੇ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਇਸ ਸੰਸਾਰ 'ਚ ਵੱਡੀ ਵੱਡੀ ਬਜ਼ੁਰਗੀ ਵਾਲੇ ਸਾਰੀ ਉਮਰ ਲਈ ਇਸ ਜਗਤ ਵਿੱਚ ਕੋਈ ਵੀ ਟਿਕ ਨਹੀਂ ਸਕਿਆ, ਕਾਇਮ ਨਹੀਂ ਰਹਿ ਸਕਿਆ। ਜਿਸ ਆਸਣ ਹਮ ਬੈਠੇ ਕਿਤੇ ਬੈਸ ਗਏ। ਅੱਜ ਜਿੱਥੇ ਅਸੀਂ ਬੈਠੇ ਹਾਂ, ਕਿੰਨੇ ਕੁ ਖੌਰੇ ਇੱਥੋਂ ਪਹਿਲਾਂ ਹੋ ਗੁਜ਼ਰੇ। ਸਾਨੂੰ ਲੱਗਦਾ ਅਸੀਂ ਪਹਿਲੇ ਹਾਂ ਤੇ ਆਖਰੀ ਹਾਂ, ਸਾਨੂੰ ਲੱਗਦਾ ਵੀ ਅਸੀਂ ਪਹਿਲੇ ਹਾਂ ਤੇ ਅਸੀਂ ਕਾਇਮ ਹਾਂ, ਪਰ ਮਹਾਰਾਜ ਕਹਿੰਦੇ ਨੇ ਖੌਰੇ ਤੁਹਾਡੇ ਤੋਂ ਪਹਿਲਾਂ ਕਿੰਨੇ ਪੂਰਾਂ ਦੇ ਪੂਰ ਹੋ ਗਏ, ਮਗਰੋਂ ਕਿੰਨੇ ਕੌਣਗੇ। ਤੁਸੀਂ ਤੇ ਕਤਾਰ ਚੋਂ, ਆਪਣੇ ਨੰਬਰ ਸਿਰ ਹੋ, ਆਪਣੀ ਵਾਰੀ ਸਿਰ ਹੋ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ।
ਫਿਰ ਕੁਝ ਉਦਾਹਰਨਾਂ ਦਿੰਦੇ ਨੇ, ਕੱਤਿਕ ਕੂੰਜਾਂ ਚੇਤ ਡੌਂ, ਸਾਵਣ ਬਿਜਲੀਆਂ ਸਿਆਲੇ ਸੁਹੰਦੀਆਂ, ਪੇਰ ਗਲ ਬਾਹੜੀਆਂ। ਕਹਿੰਦੇ ਨੇ ਵੇਖੋ ਰੁੱਤਾਂ ਕਿਵੇਂ ਬਦਲਦੀਆਂ ਨੇ। ਕੋਈ ਬਹਾਰ ਦੀ ਰੁੱਤ ਹੁੰਦੀ ਹੈ, ਕੂੰਜਾਂ ਆਉਂਦੀਆਂ ਨੇ, ਉਹ ਵੀ ਇੱਕ ਰੁੱਤ ਦਾ ਪ੍ਰਤੀਕ। ਪੰਛੀ ਪ੍ਰਵਾਸ ਕਰਦੇ ਨਾ ਇੱਕ ਥਾਂ ਤੋਂ ਦੂਜੀ ਥਾਂ, ਰੁੱਤ ਬਦਲ ਜਾਂਦੀ ਹੈ ਜਦੋਂ। ਪੰਛੀ ਵੀ ਇੱਕ ਥਾਂ ਤੋਂ ਆਪਣੀ ਸਹੂਲਤ ਲਈ ਦੂਜੀ ਥਾਂ ਨੂੰ ਪ੍ਰਵਾਸ ਕਰ ਜਾਂਦੇ ਨੇ। ਜਿਵੇਂ ਯੂਰਪ ਦੇ ਪੰਛੀ ਜਿਹੜੇ ਨੇ, ਸਾਈਬੇਰੀਆ ਦੇ ਪੰਛੀ ਜਿਹੜੇ ਨੇ, ਉਹ ਪੰਜਾਬ ਚਲੇ ਜਾਂਦੇ ਨੇ। ਉਹਨੂੰ ਜ਼ਿਕਰ ਕਰਦੇ ਨੇ ਕੱਤਿਕ ਕੂੰਜਾਂ। ਕੱਤਕ ਦੇ ਮਹੀਨੇ ਵਿੱਚ ਜਦੋਂ ਇੱਕ ਪਾਸੇ ਠੰਡ ਵੱਧ ਜਾਂਦੀ ਹੈ, ਇੱਕ ਪਾਸੇ ਬਰਫ਼ਬਾਰੀ ਹੋਣ ਲੱਗਦੀ, ਉਧਰੋਂ ਪੰਛੀ ਆਪਣੀ ਸੇਫਟੀ ਤੇ ਲੰਮੀ ਜ਼ਿੰਦਗੀ ਲਈ ਦੂਜੀ ਧਰਤੀ ਦੇ ਦੂਜੇ ਹਿੱਸੇ ਵੱਲ ਨੂੰ ਪ੍ਰਵਾਸ ਕਰ ਜਾਂਦੇ ਨੇ। ਇਹਦਾ ਮਤਲਬ ਰੁੱਤ ਬਦਲ ਗਈ। ਤੇ ਨਾ ਉਹ ਇੱਥੇ ਥਿਰ ਰਹਿੰਦੇ ਨੇ, ਨਾ ਉੱਥੇ ਥਿਰ ਰਹਿੰਦੇ। ਰੁੱਤ ਬਦਲਦੀ ਉਹ ਤੋਂ ਫਿਰ ਮੁੜ ਆਉਂਦੇ ਨੇ, ਇੱਧਰ ਰੁੱਤ ਬਦਲਦੀ ਫਿਰ ਚਲੇ ਜਾਂਦੇ ਨੇ। ਇਹ ਸਿਲਸਿਲਾ ਚੱਲਦਾ ਰਹਿੰਦਾ। ਚੇਤ ਡੌਂ, ਚੇਤ ਵਿਸਾਖ ਦਾ ਮਹੀਨਾ ਆਉਂਦਾ ਤੇ ਗਰਮੀ, ਘੁੰਮਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤਪਸ਼ ਪੈਣੀ ਸ਼ੁਰੂ ਹੋ ਜਾਂਦੀ ਹੈ। ਫਿਰ ਆਖਦੇ ਨੇ ਸਾਵਣ ਬਿਜਲੀਆਂ, ਸਾਵਣ ਦਾ ਮਹੀਨਾ ਆਉਂਦਾ ਤੇ ਬਿਜਲੀਆਂ ਚਮਕਣ ਲੱਗਦੀਆਂ ਨੇ, ਮੀਂਹ ਵਰਖਾ ਰੁੱਤ ਆ ਜਾਂਦੀ ਹੈ। ਸਿਆਲੇ ਸੁਹੰਦੀਆਂ, ਪਿਰਗਲ ਬਾਹੜੀਆਂ। ਸਿਆਲ ਦੀ ਰੁੱਤ ਆਉਂਦੀ ਹੈ, ਠੰਡ ਪੈਂਦੀ ਹੈ, ਕੱਕਰ ਪੈਂਦਾ। ਕਿੰਨੀਆਂ ਰੁੱਤਾਂ ਬਦਲ ਜਾਂਦੀਆਂ। ਲੋਕਾਂ ਦੇ ਆਪਸ ਵਿੱਚ ਸੰਬੰਧ ਬਣਦੇ ਨੇ, ਲੋਕ ਇੱਕ ਦੂਜੇ ਦੇ ਨੇੜੇ ਬੈਠਦੇ ਨੇ। ਤੋ ਉਹ ਇਹ ਸਾਰੇ ਨੇੜ, ਨਾ ਰੁੱਤਾਂ ਕਾਇਮ ਰਹਿੰਦੀਆਂ, ਨਾ ਬੰਦਿਆਂ ਦੇ ਆਪਸ ਵਿੱਚ ਨੇੜ ਰਿਸ਼ਤੇ ਕਾਇਮ ਰਹਿੰਦੇ ਨੇ। ਹਰ ਚੀਜ਼ ਟੁੱਟ ਜਾਂਦੀ ਹੈ ਨਾ ਸਮਾਂ ਪਾ ਕੇ। ਜੇ ਰੁੱਤ ਬਦਲ ਗਈ, ਇਨਸਾਨ ਜੰਮੇ ਜੀਵੇ ਤੇ ਖਤਮ ਹੋ ਗਏ। ਇਨਸਾਨ ਦੇ ਨਾਲ ਹੀ ਰਿਸ਼ਤੇ ਨੇ, ਰਿਸ਼ਤੇ ਵੀ ਟੁੱਟ ਜਾਂਦੇ, ਰਿਸ਼ਤੇ ਵੀ ਖਤਮ ਹੋ ਜਾਂਦੇ ਨੇ। ਨਾ ਪਤੀ ਪਤਨੀ ਦਾ ਰਿਸ਼ਤਾ, ਨਾ ਧੀ ਪੁੱਤਰ ਦਾ, ਨਾ ਭੈਣ ਭਾਈ ਦਾ, ਨਾ ਭਰਾ ਭਰਾ ਦਾ, ਨਾ ਦੋਸਤ। ਸਾਰੇ ਰਿਸ਼ਤੇ, ਕਿਉਂਕਿ ਜੀਵਨ ਲੀਲਾ ਮੁੱਕ ਗਈ ਤੇ ਰਿਸ਼ਤੇ ਵੀ ਚਲੇ ਗਏ। ਯਾਨੀ ਕਿ ਇੰਨਾ ਫੇਰ ਬਦਲ ਹੁੰਦਾ ਰਹਿੰਦਾ ਹੈ। ਫਿਰ ਆਖਦੇ ਨੇ ਚੱਲੇ ਚੱਲਣ ਹਾਰ, ਵਿਚਾਰਾ ਲੈ ਮਨੋ। ਇਹ ਭਾਈ ਆਪਣੇ ਮਨ ਵਿੱਚ ਇਹ ਵਿਚਾਰ ਪੱਕਾ ਕਰ ਲੈ, ਸੰਸਾਰ ਦੀ ਹਰ ਸ਼ੈ ਚੱਲਣ ਹਾਰ ਹੈ ਤੇ ਇਹਨੇ ਚੱਲਣਾ ਹੈ। ਆਪਣੇ ਵਕਤ ਉੱਤੇ ਇਸ ਦਾ ਵਜੂਦ ਮਿਟ ਜਾਣਾ ਹੈ, ਇਸ ਦੀ ਦਿੱਖ ਖਤਮ ਹੋ ਜਾਣੀ। ਗੰਢਿੰਦਿਆਂ 6 ਮਾਹ ਤੁੜੰਦਿਆਂ ਹੈ। ਜਿਹੜੀ ਚੀਜ਼ ਨੂੰ ਘੜਦਿਆਂ 6 ਮਹੀਨੇ ਲੱਗ ਜਾਂਦੇ ਨੇ, ਸਰੀਰ ਦੀ ਬਣਤਰ ਬਣਦਿਆਂ 6 ਤੋਂ 9 ਮਹੀਨੇ ਤੱਕ ਲੱਗ ਜਾਂਦੇ ਨੇ। ਤੇ ਜਦੋਂ ਸਾਹ ਨਿਕਲਦੇ ਨੇ, ਇੱਕ ਪਲ 'ਚ ਹੀ ਨਿਕਲ ਜਾਂਦੇ ਨੇ। ਕਿਸੇ ਚੀਜ਼ ਨੂੰ ਘੜਨਾ ਹੋਵੇ, ਆਪਾਂ ਬਣਾਉਣਾ ਹੋਵੇ, ਕਿੰਨੀ ਮਿਹਨਤ ਲੱਗਦੀ ਹੈ। ਤੋੜ ਕੇ ਤਬਾਹ ਕਰਨੀ ਹੋਵੇ, ਇੱਕ ਪਲ ਵਿੱਚ ਹੀ ਨਿਕੰਮੀ ਹੋ ਜਾਂਦੀ। ਇਹਦਾ ਭਾਵ ਹੈ ਵੀ ਮਿਹਨਤ ਨਾਲ ਉਸਰੀਆਂ ਚੀਜ਼ਾਂ ਵੀ ਕਈ ਵਾਰ ਪਲਾਂ ਵਿੱਚ ਤਬਾਹ ਹੋ ਜਾਂਦੀਆਂ। ਇਹ ਜੀਵਨ ਜਿਸ ਨੂੰ ਬਣਨ ਦੇ ਉੱਤੇ ਇੰਨਾ ਵਕਤ ਲੱਗਦਾ ਹੈ, ਸਰੀਰ ਦੀ ਘਾੜਤ ਉੱਤੇ ਇੰਨੇ ਮਹੀਨੇ ਲੱਗਦੇ ਨੇ, ਇਹਨੂੰ ਤਬਾਹ ਵਾ ਬਰਬਾਦ ਹੁੰਦੇ ਆ ਇੱਕ ਪਲ ਵੀ ਨਹੀਂ ਲੱਗਦਾ। ਜ਼ਮੀਨ ਪੁੱਛਿਆ ਅਸਮਾਨ, ਫਰੀਦਾ ਖੇਵਟ ਕਿਨ ਗਏ। ਜ਼ਮੀਨ ਉਹ ਅਸਮਾਨ, ਧਰਤੀ ਤੇ ਆਕਾਸ਼ ਇਸ ਗੱਲ ਦੇ ਗਵਾਹ ਨੇ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ, ਖੇਵਟ ਦਾ ਮਤਲਬ ਹੈ ਆਗੂ, ਵੱਡੇ ਵੱਡੇ ਲੋਕ। ਕੋਈ ਧਰਮ ਦੇ ਖੇਤਰ ਦਾ ਬੜਾ ਵੱਡਾ ਆਗੂ ਸੀ, ਕੋਈ ਰਾਜਨੀਤੀ ਦੇ ਖੇਤਰ ਦਾ ਸੀ, ਕੋਈ ਸਮਾਜ ਦੇ ਖੇਤਰ ਦਾ ਸੀ, ਕੋਈ ਦੌਲਤ ਦੇ ਖੇਤਰ ਦਾ ਸੀ, ਕੋਈ ਵਿੱਦਿਆ ਦੇ ਖੇਤਰ ਦਾ, ਕੋਈ ਤਾਕਤ ਦੇ ਖੇਤਰ। ਕਿੰਨੇ ਲੋਕਾਂ ਦਾ ਜ਼ਿਕਰ ਧਰਤੀ ਦੇ ਇਤਿਹਾਸ ਵਿੱਚ ਹੁੰਦਾ ਹੈ। ਕਿਸੇ ਨੂੰ ਬਹਾਦਰ ਯੋਧਾ ਕਰਕੇ ਜਾਣਿਆ ਜਾਂਦਾ ਹੈ, ਕਿਸੇ ਨੂੰ ਬਹੁਤ ਵੱਡੇ ਅੰਪਾਇਰ ਦਾ ਮਾਲਕ ਸਮਝਿਆ ਜਾਂਦਾ ਹੈ, ਕੋਈ ਰਾਜਨੇਤਾ, ਕੋਈ ਧਰਮ ਆਗੂ। ਕਿੰਨੇ ਲੋਕ। ਖੇਵਟ ਮਤਲਬ ਵੱਡੇ ਵੱਡੇ ਲੋਕ, ਆਗੂ ਲੋਕ। ਜ਼ਮੀਨ ਤੇ ਅਸਮਾਨ, ਧਰਤੀ ਤੇ ਆਕਾਸ਼ ਗਵਾਹ ਨੇ, ਫਰੀਦਾ ਖੇਵਟ ਕਿਨ ਗਏ। ਵੱਡੇ ਵੱਡੇ ਆਗੂ ਕਿੱਧਰ ਚਲੇ ਗਏ, ਕਿਸੇ ਨੂੰ ਕੁਝ ਨਹੀਂ ਪਤਾ। ਸਮੇਂ ਦੇ ਆਗੋਸ਼ ਵਿੱਚ ਖਤਮ ਹੋ ਗਏ। ਸਮੇਂ ਨੇ ਆਪਣੇ ਕਲਾਵੇ ਵਿੱਚ ਲੈ ਲਏ ਸਾਰੇ। ਜਾਲਣ ਗੋਰਾਂ ਨਾਲ ਗੁਲਾਮੇ ਜੀ ਸਹੇ। ਪਰ ਜਿਹੜੇ ਜੀਵ ਉਸ ਪਰਮੇਸ਼ਰ ਦੇ, ਅੱਲਾਹ ਦੇ, ਖੁਦਾ ਦੇ ਰਾਹ ਤੇ ਨਹੀਂ ਚੱਲਦੇ, ਉਹਦੀ ਹੋਂਦ ਦਾ ਅਹਿਸਾਸ ਕਰਕੇ ਉਹਦੇ ਗੁਣ ਹੁਕਮ ਤੇ ਉਹਦੀ ਤਾਬਿਆਦਾਰੀ ਵਿੱਚ ਨਹੀਂ ਚੱਲਦੇ, ਜਾਲਣ ਗੋਰਾਂ ਨਾਲ ਸਰੀਰ ਕਬਰਾਂ 'ਚ ਗਲ ਜਾਂਦੇ ਨੇ ਤੇ ਜਿੰਦ ਨੂੰ ਉਲਾਮੇ ਮਿਲਦੇ ਨੇ। ਮੰਦੇ ਅਮਲ ਕਰਨ ਵਾਲਿਆਂ ਦੇ ਪੱਲੇ ਉਲਾਂਭੇ ਰਹਿ ਜਾਂਦੇ ਨੇ। ਦੁਨੀਆ ਸੰਸਾਰ ਉਹਨਾਂ ਨੂੰ ਉਲਾਂਭੇ ਦਿੰਦਾ ਹੈ। ਪਰ ਜਿਹੜੇ ਨੇਕ ਅਮਲ ਕਰਦੇ ਨੇ, ਸੱਚੇ ਮਾਰਗ ਚੱਲਦਿਆਂ, ਉਸਤਤ ਕਰੇ ਜਹਾਨ, ਉਹਨਾਂ ਦੀ ਉਸਤਤੀ ਤੇ ਵਡਿਆਈ ਹੁੰਦੀ। ਮਹਾਰਾਜ ਬਖਸ਼ਿਸ਼ ਕਰਨ ਇਹ ਪਾਵਨ ਸ਼ਬਦ ਦਾ ਉਪਦੇਸ਼ ਸਾਡੇ ਮਨ ਹਿਰਦਿਆਂ ਵਿੱਚ ਵਸੇ। ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।